आपको कितनी सज़ा हुई थी? 125 साल 6 ਦਫਾ ਸਾਨੂੰ ਸਜ਼ਾ ਹੋਈ 125 साल आपको सज़ा हुई। ਸਾਡੇ ਮੁਖਾਲਫੀਨ ਨਾਲ ਸਾਰਿਆਂ ਘਰਾਂ ਨਾਲ 100-125 ਬੰਦਾ ਜਿਹੜਾ ਕਤਲ ਹੋ ਚੁੱਕਾ। ਤਕਰੀਬਨ ਮੇਰੇ ਖਾਨਦਾਨ ਦੇ ਜਿਹੜਾ ਇਸ ਤੋਂ ਪਹਿਲੇ ਪਰਚੇ ਹੋ ਚੁੱਕੇ ਨੇ 100-125 ਪਰਚਾ ਤੇ ਜੋ ਯੂਨਸ ਪਾਨਾ ਮੇਰੇ ਵਾਲਿਦ ਸਾਹਿਬ ਉਹਨਾਂ ਦਾ ਆ। ਅੱਜ ਤੱਕ 1982 ਤੋਂ ਲੈ ਕੇ ਸਾਡੇ ਖਾਨਦਾਨ ਦਾ ਅੱਲਾ ਦੇ ਹੁਕਮ ਨਾਲ ਨਾ ਤੇ ਚੋਰੀ ਕੀਤੀ ਦਾ ਕੋਈ ਪਰਚਾ ਜੇ ਨਾ ਤਵਾਨ ਦਾ ਪਰਚਾ ਜੇ, ਸਿਰਫ 24 ਤੇ ਔਰ 302। 2015 'ਚ ਅਸੀਂ ਗ੍ਰਿਫਤਾਰ ਹੋਏ ਹਾਂ। ਸਾਡੇ ਤੇ ਤਕਰੀਬਨ 17 ਤੋਂ 18 ਪਰਚੇ ਸਾਡੇ ਤੇ ਆਏ, 302 ਨੇ। ਜਿਸ ਟਾਈਮ ਮੇਰੇ ਚਾਚਾ ਕਤਲ ਹੋਏ ਨੇ ਉਸ ਟਾਈਮ ਮੇਰੀ ਉਮਰ 3 ਸਾਲ ਆਈ 1982 'ਚ। 1986 'ਚ ਮੇਰੇ ਵਾਲਿਦ ਸਾਹਿਬ ਕਤਲ ਹੋਏ ਨੇ, ਉਸ ਵੇਲੇ ਮੇਰੀ ਉਮਰ 5 ਸਾਲ ਆਈ। ਲੇਕਿਨ ਮੈਨੂੰ ਇੱਕ ਲਮਾ ਯਾਦ ਹੈ, ਜੇਲ੍ਹ ਜਿਹੜੀ ਹੈ ਜ਼ਿੰਦਾ ਕਬਰਸਤਾਨ ਤੇ ਕਿ ਜਿਹੜੇ ਛੋਕੀਆ ਲੋਕ ਨਾ ਉੱਥੇ ਝਾੜੂ ਕਰਦੇ ਨੇ ਪਏ, ਉੱਥੇ ਰੋਂਦੇ ਨੇ ਪਏ। ਉਹ ਕਹਿੰਦੇ ਨੇ ਪਏ ਅਗਰ ਸਾਡੇ ਕੋਲੋਂ ਰਿਸ਼ਤੇ ਵੀ ਲੈ ਲਵੋ ਤਾਂ ਸਾਡੀਆਂ ਸੁਲ੍ਹਾ ਕਰਵਾ ਛੜੋ, ਸਾਡੇ ਰਾਜਨਾਮਾ ਕਰਾ ਛੜੋ, ਭੈਣਾਂ ਨੇ ਰਿਸ਼ਤੇ ਦੇ ਦਿਓ। ਫਿਰ ਦੇਖ ਲਵੋ ਕਿਤਨੇ ਕਿ ਉੱਥੇ ਅੰਦਰ ਮਜਬੂਰ ਹੁੰਦੇ ਹੋਣਗੇ, ਕਿਉਂ ਸਾਨੂੰ ਸਾਹਸ ਹੈ ਬੰਦੂਕ ਦਾ। ਸਾਡੇ 25 ਤਰੀਕ ਮੇਰੇ ਵਾਲਦ, ਮੇਰੇ ਚਾਚੇ, ਮੇਰੇ ਫੁੱਫੀਆਂ ਦੇ ਬੇਟੇ, ਮੇਰੇ ਕਜ਼ਨ ਜਿਹੜੇ ਕਤਲ ਹੋ ਗਏ ਨਾ, ਅਸੀਂ ਆਪਣੇ ਹੱਥੀਂ ਉਹਨਾਂ ਨੂੰ ਦਫਨਾਇਆ। ਫਿਰ ਸਾਡਾ ਬੰਦੂਕ ਸ਼ੌਕ ਹੈ, ਅਸੀਂ ਜੇਲ੍ਹ ਚਲੇ ਗਏ ਹਾਂ। ਉੱਥੇ ਜਾ ਕੇ ਜਨਾਬ ਅਸੀਂ ਮੈਟ੍ਰਿਕ ਕੀਤੀ ਹੈ ਦੋਵਾਂ ਭਾਈ, ਤੇ ਉਹਦੇ ਤੋਂ ਬਾਅਦ ਕੁਰਾਨ ਪਾਕ ਅਸੀਂ ਉੱਥੇ ਜਾ ਕੇ ਬਮਾਏ ਤਰਜਮੇ ਪੜ੍ਹਿਆ ਜੀ। ਇਹਦੇ 'ਚ ਅਸੀਂ ਕਹਿੰਦੇ ਹਾਂ ਸਾਡੇ ਜਿਹੜੇ 7 ਸਾਲ ਉਜ਼ਾਇਆ ਨਹੀਂ ਹੋਏ, ਅੱਲਾਹ ਪਾਕ ਨੇ ਸਾਨੂੰ ਦੇਖੋ ਸਾਡੇ ਤੇ ਬੇਹਤਰੀ ਕੇਸ ਸਾਡੇ ਬਰੀ ਹੋ ਗਏ, ਸਾਨੂੰ ਕੋਈ ਦੀਨ ਨਹੀਂ ਸਮਝ ਆ ਗਈ। ਉਹਦੇ ਤੋਂ ਬਾਅਦ ਮੈਟ੍ਰਿਕ ਅਸੀਂ ਜਾ ਕੇ ਕਲੀਅਰ ਕਰ ਲਿਆ। ਅਸੀਂ ਫਜ਼ੂਲ ਟਾਈਮ ਜ਼ਾਇਆ ਨਹੀਂ ਕੀਤਾ। ਕੁਛ ਲੋਕ ਉੱਥੇ ਜਾ ਕੇ ਨਸ਼ੇ ਤੇ ਲੱਗ ਜਾਂਦੇ ਨੇ, ਕੁਝ ਜਾ ਕੇ ਗੋਲੀਆਂ ਖਾਣ ਲੱਗ ਪੈਣਗੇ, ਬਸ ਉਹ ਪਿਛਲਾ ਕੁਛ ਭੁੱਲ ਜਾਂਦੇ ਨੇ। ਲੇਕਿਨ ਅਸੀਂ ਕੋਸ਼ਿਸ਼ ਕੀਤੀ ਆ, ਚਲੋ ਕੁਝ ਇੱਥੋਂ ਲੈ ਗਈ। ਸਾਡੇ 22 ਖਾਨਦਾਨ ਹੈ, 22 ਖਾਨਦਾਨਾਂ ਸਾਡਾ ਪਰਚਾ ਹੋ ਗਿਆ ਆ। 22 ਘਰਾਂ ਦੇ ਫੁੱਫੀਆਂ, ਚਾਚੇ, ਮਾਮੇ, ਜਿੱਥੇ ਵੀ ਕਜ਼ਨ ਆਏ ਨਾ। आपने कितना इश्तिहारपुना कटा है? 1998 ਤੋਂ ਲੈ ਗਏ ਤੇ 2015 'ਚ ਅਸੀਂ ਗ੍ਰਿਫਤਾਰ ਹੋਏ ਹਾਂ। आप मुसलसल इतने साल इश्तिहारी रहे? ਅਸੀਂ ਦੇਖੋ ਇਸ਼ਤਿਹਾਰਪੁਣਾ ਕੱਢਿਆ ਭਾਈ ਜੀ, ਅਸੀਂ ਜੰਗਲਾਂ ਇਸ਼ਤਿਹਾਰਪੁਣਾ ਕੱਟਿਆ ਜੀ। ਉਹਦੇ 2-2 ਦਿਨ ਅਸੀਂ ਖਾਣਾ ਨਹੀਂ ਖਾਧਾ, ਪਾਣੀ ਸਾਨੂੰ ਨਹੀਂ ਮਿਲਿਆ। ਇਸ ਵੇਲੇ ਤਾਂ ਕਹਿੰਦੇ ਨੈਸਲੇ ਨੂੰ ਪਾਣੀ ਗੱਡੀ 'ਚ ਹੋਣਾ ਚਾਹੀਦਾ, ਸਾਫ਼ ਪਾਣੀ ਹੋਣਾ ਚਾਹੀਦਾ। ਅਸੀਂ ਛੱਪੜੀਆਂ ਤੋਂ ਬਾਰਿਸ਼ੀ ਪਾਣੀ ਪੀ ਕੇ ਆਪਣਾ ਟਾਈਮ ਗੁਜ਼ਾਰਿਆ। ਤੇ ਦੇਖੋ ਜਿਹੜਾ ਅਸੀਂ ਵੈਰ ਕੀਤਾ, ਇਹ ਅੱਲਾ ਨੇ ਕਰਮ ਨਾਲ ਅਸੀਂ ਜਵਾਨਾਂ ਨਾਲ ਵੈਰ ਕੀਤਾ ਤੇ ਸਿਰ ਚੁੱਕ ਕੇ ਕੀਤਾ। ਇਹ ਨਹੀਂ ਅਸੀਂ ਇਹ ਪੈਗਾਮ ਦੇ ਰਹੇ ਇਹਦੇ 'ਚ ਅਸੀਂ ਕਹਿ ਰਹੇ ਹਾਂ ਫਾਇਦਾ ਨਹੀਂ। ਪੈਗਾਮ ਸਾਡਾ ਦੇਣਾ ਇਹ ਮਕਸਦ ਹੈ, ਨਹੀਂ ਅਸੀਂ ਕਮਜ਼ੋਰ ਹੋ ਗਏ ਹਾਂ ਜਾਂ ਅਸੀਂ ਡਰ गए हैं किसी वजह ਤੋਂ। अस्सलामुअलैकुम नाजरीन, न्यूज़ अलर्ट से मैं हूं आपका मेज़बान कामरान भट्ट। नौजवान नस्ल बंदूक को पकड़ना शौक और चलाना इज्जत का मेयार समझती, लेकिन इसके अंजाम से नावाकिफ है। आज उस नौजवान नस्ल को बंदूक के फितरती अंजाम से वाकिफ करवाने के लिए मैं इस वक्त मौजूद हूं गुजरात के सबसे बड़े दुश्मनदार, बल्कि पंजाब के सबसे बड़े दुश्मनदार घराने के साथ। मेरे साथ मौजूद हैं साबक नाज़म चौधरी गुलजार सांग के फुफोजाद भाई चौधरी सजाद इम्तियाज़ और चौधरी सुहेल। इन्हीं की जुबानी आपको सुनवाते हैं कि गुजरात की सबसे बड़ी दुश्मनी किस तरह शुरू हुई और बंदूक का फितरती अंजाम को इन्होंने कैसे देखा है। आइए आपको लिए चलते हैं चौधरी सजाद इम्तियाज़ की जानिब। सजाद साहब, आपकी दुश्मनी कब और कैसे शुरू हुई? ਦੁਸ਼ਮਣੀ ਕਿਸੇ ਦਾ ਵੀ ਸ਼ੌਕ ਨਹੀਂ, ਨਾ ਹੀ ਸਾਡਾ ਸ਼ੌਕ ਹੈ। ਦੁਸ਼ਮਣੀ ਸਮਝੋ ਸਾਡੀ ਤਾਂ ਬਣ ਗਈ ਮਜਬੂਰੀ। ਸਾਡੇ ਮੇਰੇ ਵਾਲਿਦ ਸਾਹਿਬ, ਮੇਰੇ ਚਾਚੇ, ਮੇਰੇ ਭਾਈ ਜਿਹੜੇ ਦੁਨੀਆ ਤੋਂ ਚਲੇ ਗਏ, ਕਤਲ ਹੋਏ ਨੇ ਇਸ ਦੁਸ਼ਮਣੀ 'ਚ। 1982 ਸਾਡੀ ਇਹ ਦੁਸ਼ਮਣੀ ਸ਼ੁਰੂ ਹੋਈ ਹੈ। ਜੋ ਇਲਿਆਸ ਮਹਿੰਦੀ ਮੇਰਾ ਚਾਚਾ ਆ, ਉਹ ਚੇਅਰਮੈਨ ਬਣੇ ਸਨ। ਛੋਟੀ ਜਿਹੀ ਰੰਜਿਸ਼ ਦੀ ਵਜ੍ਹਾ ਤੋਂ ਸਾਡੇ ਆਮ ਮਸ਼ਹੂਰ ਹੈ, ਮੈਂ ਅੱਗੇ ਵੀ ਇੱਕ ਇੰਟਰਵਿਊ ਦੇ ਚੁੱਕਾ ਕਿ 8 ਨੇ ਤੋਂ ਝਗੜਾ ਹੋਇਆ। 8 ਨੂੰ ਸਾਡਾ ਨਹੀਂ ਹੋਇਆ, ਲੇਕਿਨ ਸਾਡੇ ਵੋਟਰ ਸਪੋਰਟਰ ਆਏ, ਸਾਰੇ ਸਾਡੇ ਇਲਾਕੇ ਨੂੰ ਪਤਾ, ਉਹਨਾਂ ਦਾ ਝਗੜਾ ਹੋਇਆ। ਉਸ ਝਗੜੇ ਦੀ ਵਜ੍ਹਾ ਤੋਂ ਆ ਗਏ ਉਹ, ਫਿਰ ਇੰਜਨਾਂ ਮਾਹੌਲ ਬਣ ਗਿਆ ਕਿ ਸਾਡਾ ਨੁਕਸਾਨ ਸਾਡੇ ਵੀ ਹੁੰਦੇ ਰਹੇ, ਮੁਖਾਲਫਾਂ ਵੀ ਹੁੰਦੇ ਰਹੇ। ਇਸ ਟਾਈਮ ਤੱਕ ਤਕਰੀਬਨ ਸਾਡੇ ਮੁਖਾਲਫੀਨ ਨਾਲ ਸਾਰਿਆਂ ਘਰਾਂ ਨਾਲ 100-125 ਬੰਦਾ ਜਿਹੜਾ ਕਤਲ ਹੋ ਚੁੱਕਾ। 1982 से लेकर आज तक आपके ख़ानदान पर कितने और कौन कौन से पर्चे हो चुके हैं? ਤਕਰੀਬਨ ਮੇਰੇ ਖਾਨਦਾਨ ਦਾ ਜਿਹੜਾ ਇਸ ਤੋਂ ਪਹਿਲੇ ਪਰਚੇ ਹੋ ਚੁੱਕੇ ਨੇ 100-125 ਪਰਚਾ ਤੇ ਜੋ ਯੂਨਸ ਪਾਨਾ ਮੇਰੇ ਵਾਲਿਦ ਸਾਹਿਬ ਉਹਨਾਂ ਦਾ ਆ। किस नौयत के पर्चे रहे हैं? 302, 24। ਅੱਜ ਤੱਕ 1982 ਤੋਂ ਲੈ ਕੇ ਸਾਡੇ ਖਾਨਦਾਨ ਦਾ ਅੱਲਾ ਦੇ ਹੁਕਮ ਨਾਲ ਨਾ ਤੇ ਚੋਰੀ ਕੀਤੀ ਦਾ ਕੋਈ ਪਰਚਾ ਜੇ, ਨਾ ਤਵਾਨ ਦਾ ਪਰਚਾ ਜੇ, ਸਿਰਫ 24 ਤੇ ਔਰ 302। ਉਹ ਵੀ ਸਾਡੀ ਮਜਬੂਰੀ ਆ, ਸਾਡੀ ਦੁਸ਼ਮਣੀ ਹੈ। ਔਰ ਕਿਸੇ ਗਰੀਬ ਨਾਲ ਧੱਕਾ ਜ਼ਿਆਦਤੀ ਬਿਲਕੁਲ ਨਹੀਂ। आप पर कितने पर्चे हैं 302 के? ਸਾਡੇ ਅੱਲਾ ਦਾ ਕਰਮ ਹੈ, ਹੁਣ ਤਾਂ ਅੱਲਾ ਪਾਕ ਸਾਨੂੰ ਮਾਫੀ ਦੇ ਛੜੀ ਹੈ। 2015 'ਚ ਅਸੀਂ ਗ੍ਰਿਫਤਾਰ ਹੋਏ ਹਾਂ। ਸਾਡੇ ਤੇ ਤਕਰੀਬਨ 17 ਤੋਂ 18 ਪਰਚੇ ਸਾਡੇ ਤੇ ਆਏ, 302 ਨੇ, ਕੋਈ 24 ਦੇ ਆਏ। ਲੇਕਿਨ ਅੱਲਾ ਨੇ ਸਾਨੂੰ ਮਾਫ ਕਰ ਦਿੱਤਾ, ਸਾਰਿਆਂ ਕੇਸਾਂ 'ਚੋਂ ਅਸੀਂ ਬਰੀ ਹੋ ਗਏ। जब इस दुश्मनी का आगाज़ हुआ आपकी उम्र क्या थी, और जब इस आपके ख़ानदान ने बाकायदा दुश्मनी में कदम रखा तो आपके ख़ानदान ने इसमें क्या हासिल किया? ਜਿਸ ਟਾਈਮ ਮੇਰੇ ਚਾਚਾ ਕਤਲ ਹੋਏ ਨੇ ਉਸ ਟਾਈਮ ਮੇਰੀ ਉਮਰ 3 ਸਾਲ ਆਈ 1982 'ਚ। 1986 'ਚ ਮੇਰੇ ਵਾਲਿਦ ਸਾਹਿਬ ਕਤਲ ਹੋਏ ਨੇ, ਉਸ ਵੇਲੇ ਮੇਰੀ ਉਮਰ 5 ਸਾਲ ਆਈ। ਲੇਕਿਨ ਮੈਨੂੰ ਇੱਕ ਲਮਾ ਯਾਦ ਹੈ, ਕਿਉਂ ਉਸ ਦੁਸ਼ਮਣੀ 'ਚ ਅਸੀਂ ਪਾਸ਼ ਹਰ ਟਾਈਮ ਆਪਣੇ ਚਾਚਿਆਂ ਕੋਲ ਬੈਠਣਾ, ਦੇਖਣਾ। ਸਾਡੇ ਨੁਕਸਾਨ ਕਿਤਨੇ ਹੋਏ ਨੇ, ਬਹੁਤ ਜ਼ਿਆਦਾ ਸਾਡੇ ਨੁਕਸਾਨ ਹੋਏ ਨੇ। ਜਿਹੜਾ ਮੈਂ ਦੱਸਣ ਲੱਗਾ ਤਾਂ ਕਿਤੇ 2 ਦਿਨ ਵੀ ਅਸੀਂ ਲੱਗੇ ਰਹੇ ਦੱਸਣ, ਤਾਂ ਉਹ ਨਹੀਂ ਬੰਦਾ ਦੱਸ ਸਕਦਾ। ਬੜੇ ਮਜਬੂਰ ਟਾਈਮ ਅਸੀਂ ਦੇਖੇ ਨੇ, ਦੁੱਖਨੀਆਂ ਦਸਤਾਨਾ ਅਸੀਂ ਦੇਖੀਆਂ, ਠੀਕ ਹੈ। ਆਪਣੇ ਚਾਚੇ, ਆਪਣੇ ਕਜ਼ਨ, ਫੁੱਫੋ ਦੇ ਬੇਟੇ ਅਸੀਂ ਇਹਨਾਂ ਕੰਧਿਆਂ 'ਤੇ ਚੁੱਕ ਕੇ ਦਫਨਾਏ ਨੇ ਆਪਣੇ ਹੱਥੀਂ। ਇਸੇ ਤਰ੍ਹਾਂ ਮੁਖਾਲਫੀਨ ਨੇ ਵੀ ਬੰਦੇ ਜਿਹੜੇ ਨੁਕਸਾਨ ਹੋਏ ਨੇ ਬਹੁਤ ਜ਼ਿਆਦਾ। ਸਮਝ ਲਓ ਸਾਡੀ ਕਮ ਅਕਲੀ ਸਮਝ ਲਓ ਜਾਂ ਅੱਲਾ ਦਾ ਕਹਿਰ ਸਮਝ ਲਓ, ਸਾਡੇ 'ਤੇ ਜਿਹੜੇ ਇਤਨੇ ਨੁਕਸਾਨ ਹੋਏ ਨੇ ਉਹਨਾਂ ਦਾ ਅਸੀਂ ਜ਼ਾਲਾ ਨਹੀਂ ਕਰ ਸਕਦੇ।
इसी चीज़ में क्या आप नहीं समझते आपकी जो औलाद है उसका नुकसान हो रहा है? ਸਮਝਦੇ ਹਾਂ ਬਿਲਕੁਲ ਵਾਜ਼ਿਆ ਸਾਡਾ ਵੀ ਸ਼ੌਕ ਹੈ ਸਾਡੇ ਬੱਚੇ ਜਿਹੜੇ ਨੇ ਅੱਛੀਆਂ ਸਕੂਲਾਂ 'ਚ ਪੜ੍ਹਨ ਇਹਨਾਂ ਬੱਚਿਆਂ ਨੂੰ ਅਸੀਂ ਮੇਰੇ ਜ਼ਿਹਨ 'ਚ ਨਹੀਂ ਮੇਰੇ ਬੱਚੇ ਇਸ ਵੇਲੇ ਮਾਸ਼ਾਅੱਲਾ 14 13 ਸਾਲ ਦੇ ਹੋ ਗਏ ਕਿਤੇ ਇਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਮਤਲਬ ਚਲੋ ਇੱਕ ਘੁਮਾ ਫਿਰਾ ਲਈਏ ਸ਼ੌਕ ਨਾਲ ਦਿਲ ਤਾਂ ਹਰ ਬੰਦੇ ਦਾ ਕਰਦਾ ਲੇਕਿਨ ਵੈਰ ਨਹੀਂ ਪਾਇਆ ਸਾਡੀਆਂ ਮਜਬੂਰੀਆਂ ਅਸੀਂ ਕਹਿੰਦੇ ਹਾਂ ਤਾਂ ਅਸੀਂ ਘਰੋਂ ਇੱਥੋਂ ਜਾਂਦੇ ਹਾਂ ਸਾਡਾ ਰਾਜ ਨੁਕਸਾਨ ਹੋ ਜਾਣਾ ਜੀ ਉਹਦਾ ਕੌਣ ਜ਼ਿੰਮੇਦਾਰ ਹੈ ਸਾਡਾ ਵੀ ਸ਼ੌਕ ਹੈ ਬਟ ਸਾਹਿਬ ਲੇਕਿਨ ਮਜਬੂਰੀ आप पर अभी तक कातलाना हमले कितने हुए और कोई ऐसा हमला जिसमें आपने मौत को बड़े करीब से देखा? ਕਾਫੀ ਦਫਾ ਦੇਖਿਆ ਇੱਕ ਦਫਾ ਅਸੀਂ ਪਰਗੋੜਾ ਮੰਦਿਆਲ ਉੱਥੇ ਫਾਇਰਿੰਗ ਹੋਈ ਉੱਥੇ ਅੱਲਾਹ ਪਾਕ ਨੇ ਸਾਨੂੰ ਬੜਾ ਬਚਾਇਆ ਆ ਉਸ ਤੋਂ ਬਾਅਦ ਇੱਕ ਸਾਡੇ ਨਾਲ ਇੱਧਰ ਨਾਲੀ ਪਿੰਡ ਇੱਥੇ ਇੱਕ ਦੋ ਦਫਾ ਸਾਡੇ ਦਾ ਹਮਲਾ ਹੋਇਆ ਕਾਫੀ ਹਮਲੇ ਨੇ ਜਿਹੜੇ ਨਾਗੇ ਨੇ ਜ਼ਹਿਰਾਂ ਜਿਸ ਵੇਲੇ ਵੈਰ 'ਚ ਤੁਸੀਂ ਦੁਸ਼ਮਣੀ 'ਚ ਹੋਣਾ ਜ਼ਹਿਰਾਂ ਤੁਸੀਂ ਟਾਰਗੇਟ ਮੁਖਾਲਫ ਕੀ ਕਰਨਾ ਉਹਨੇ ਤੁਹਾਨੂੰ ਕਰਨਾ जेल कितना अरसा गुजारी है? ਜੇਲ੍ਹ 7 ਸਾਲ जेल में आपको कितनी सज़ा हुई थी? ਜੇਲ੍ਹ ਸਾਨੂੰ ਸਜ਼ਾ ਹੋਈ ਜੀ 25 ਸਾਲ ਬਲਕਿ 125 ਸਾਲ 6 ਦਫਾ ਸਾਨੂੰ ਸਜ਼ਾ ਹੋਈ आपको सिर्फ ਨਹੀਂ ਮੈਨੂੰ ਹੋਈ ਸਹੇਲ ਨੂੰ ਹੋਈ ਬਹਾਦਰ ਨੂੰ ਹੋਈ कितनी सज़ा हुई थी? 125 ਸਾਲ 125 साल आपको सज़ा हुई। ਉਮਰ ਕੈਦ ਉਹ ਅੱਲਾਹ ਪਾਕ ਨੇ ਸਾਨੂੰ ਹਾਈ ਕੋਰਟ ਤੋਂ ਮਾਫੀ ਦੇ ਸਾਡੀ ਬਰੀ ਹੋ ਗਈ ਸੀ तो जेल के बारे में कुछ बताएं। आज नौजवान नस्ल जो है वो बंदूक को पकड़ना फैशन समझती है। जेल की ज़िंदगी बताएं कि कैसी है, वहाँ पर होता क्या है? ਦੇਖੋ ਜੀ ਅਸੀਂ ਖੁਦ ਇਸ ਚੀਜ਼ ਨੂੰ ਨੋਟ ਕਰ ਰਹੇ ਹਾਂ ਇਹ ਤੇ ਦੇਖੋ ਵਾਲਦੈਨ ਕੀ ਕੰਟਰੋਲ ਕਰਨਾ ਚਾਹੀਦਾ ਆਪਣੇ ਬੱਚਿਆਂ ਤੇ ਇੱਕ ਤੋਂ ਦੂਸਰੇ ਬੰਦੇ ਕੋਲ ਇਸ ਵੇਲੇ ਪਿਸਟਲ ਹੈ ਉਹਨੇ ਆਪਣੇ ਰੱਬ ਨਾਲ ਲਾਇਆ ਉਹਨੂੰ ਇਹ ਕੋਈ ਪਤਾ ਨਹੀਂ ਦਾ ਅੰਜਾਮ ਕੀ ਹੈ ਜੇਲ੍ਹ 'ਚ ਅਸੀਂ ਲੋਕ ਤੇ ਦੇਖੋ ਜਿਹੜੇ ਦੁਸ਼ਮਣਦਾਰ ਆ ਨਾ ਉਹ ਸਬਰ ਕਰਕੇ ਆਪਣੀ ਬਰਦਾਸ਼ਤ ਕਰ ਲੈਣੇ ਕਿਉਂ ਸਾਨੂੰ ਪਤਾ ਉਹਨਾਂ ਅਸੀਂ ਵੈਰ ਕੀਤੇ ਆ ਸਾਡੀ ਦੁਸ਼ਮਣੀ ਹੈ ਕਿਸੇ ਮਜਬੂਰੀ ਨੇ ਤਹਿਤ ਸਮਝੋ ਬੋਲੋ ਅਸੀਂ ਸਾਹਮਣੇ ਨਹੀਂ ਰੋਣ ਲੱਗੇ ਅੰਦਰ ਛੁਪ ਕੇ ਰੋ ਲਵਾਂਗੇ ਤੇ ਕਿ ਜਿਹੜੇ ਸ਼ੌਕੀਆ ਲੋਕ ਨਾ ਉੱਥੇ ਝਾੜੂ ਕਰਦੇ ਨੇ ਪਏ ਉੱਥੇ ਰੋਂਦੇ ਨੇ ਪਏ ਉਹ ਕਹਿੰਦੇ ਨੇ ਪਏ ਅਗਰ ਸਾਡੇ ਕੋਲੋਂ ਰਿਸ਼ਤੇ ਵੀ ਲੈ ਲਵੋ ਤਾਂ ਸਾਡੀਆਂ ਸੁਲ੍ਹਾਂ ਕਰਵਾ ਛੜੋ ਸਾਡੇ ਰਾਜੀਨਾਮਾ ਕਰਾ ਛੜੋ ਭੈਣਾਂ ਨੇ ਰਿਸ਼ਤੇ ਦੇ ਦਿਓ ਫਿਰ ਦੇਖ ਲਵੋ ਕਿਤਨੇ ਕਿ ਉੱਥੇ ਅੰਦਰ ਮਜਬੂਰ ਹੁੰਦੇ ਹੋਣਗੇ ਉੱਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਉੱਥੇ ਇੱਕ ਟੱਕੇ ਨਹੀਂ ਕਿਸੇ ਦੀ ਇੱਜ਼ਤ ਨਹੀਂ ਮੈਂ ਨਹੀਂ ਕਹਿੰਦਾ ਕੋਈ ਕਵੇ ਨਹੀਂ ਜੀ ਮੈਂ ਬੜਾ ਇੱਜ਼ਤਦਾਰ ਹਾਂ ਜੀ ਮੇਰਾ ਬੜਾ ਮਕਾਮ ਹੈ ਨਾ ਹੈ ਉੱਥੇ ਸਾਰੇ ਬਰਾਬਰ ਅਸੀਂ ਖੁਦ ਦੇਖੇ ਜੇ ਰੋਂਦੇ कोई ऐसा यादगार किस्सा जेल का जो आप नाज़रीन को बताना चाहें? ਕਿੱਸਾ ਤਾਂ ਸਰ 7 ਸਾਲ ਹੋਏ ਜੇ ਹਰ ਰੋਜ਼ ਨਵਾਂ ਕਿੱਸਾ ਉੱਥੋਂ ਹੁੰਦਾ ਰਿਹਾ ਜੇਲ੍ਹ 'ਚ ਉੱਥੇ ਕਿਸੇ ਲੰਘ ਬਚਾਉਣਾ ਕਾਨੂੰਨ ਨਾਲ ਇਤਰਾਮ ਕਰਨਾ ਆਪਣੀ ਸਿਸਟਮ 'ਚ ਰਹਿਣਾ ਤੇ ਤਾਂ ਜਾ ਕੇ ਆਪਣਾ ਉਹਦੀ ਇੱਜ਼ਤ ਬਚਣੀ ਠੀਕ ਹੈ ਉਸ ਤੋਂ ਬਾਅਦ ਜਿਹਦੇ ਪਿੱਛੇ ਕੋਈ ਚਾਰ ਜੀ ਵਸਦੇ ਨੇ ਪਿੱਛੋਂ ਨੂੰ ਖਰਚਾ ਪੈਸੇ ਖੁੱਲੇ ਜਾਂਦੇ ਨੇ ਪਏ ਉਹਦਾ ਗੁਜ਼ਾਰਾ ਹੋ ਸਕਣਾ ਜੇਲ੍ਹ ਜਿਹੜੀ ਹੈ ਜ਼ਿੰਦਾ ਕਬਰਸਤਾਨ ਤੁਸੀਂ ਆਪਣੇ ਲਵਾਕੀਨ 'ਚ ਕਿਸੇ ਖੁਸ਼ੀ ਤਾਂ ਨਹੀਂ ਸ਼ਾਮਲ ਹੋ ਸਕਦੇ ਕਿਸੇ ਗਮੀ ਤਾਂ ਨਹੀਂ ਹੋ ਸਕਦੇ ਫਿਰ ਖਾਸ ਕਰ ਸਭ ਤੋਂ ਮੁਸ਼ਕਲ ਲਮ੍ਹਾ ਹੁੰਦਾ ਜਿਸ ਵੇਲੇ ਤੁਹਾਡੇ ਪਿੱਛੇ ਕੋਈ ਗਮੀ ਫੋਤ ਕੀ ਹੋ ਜਾਏ ਅਸੀਂ ਜੇਲ੍ਹ 'ਚ ਆਏ ਸਾਡੇ ਬਜ਼ੁਰਗ ਬਾਬਾ ਅਜ਼ੀਜ਼ ਅਲਮਰੂਫ ਬਾਬਾ ਅਜ਼ੀਜ਼ਾ ਸੰਗੀਆ ਉਹ ਫੋਤ ਹੋ ਗਏ ਦੇਖੋ ਫਿਰ ਸਾਡਾ ਤਾਇਆ ਆ ਤਕਲੀਫ ਤਾਂ ਸਾਨੂੰ ਹੁੰਦੀ ਹੈ ਅੰਦਰ ਲੇਕਿਨ ਅਸੀਂ ਉੱਥੇ ਕਰ ਕੁਝ ਨਹੀਂ ਸਕਦੇ ਬਾਬਾ ਨਾਇਦ ਸਾਡਾ ਫੋਤ ਹੋਇਆ ਅਸੀਂ ਉੱਥੇ ਪਹੁੰਚ ਨਹੀਂ ਸਕੇ ਅੰਦਰ ਤਾਂ ਫਿਰ ਬੰਦਾ ਜੋ ਕਰ ਸਕਣ ਤੁਹਾਨੂੰ ਕਿਹਾ ਉਹ ਬੰਦਾ ਬਰਦਾਸ਼ਤ ਕਰਨਾ लेकिन अंदर चू ख़त्म हो गया ना कोई ऐसा देखा हो आपने कि कोई शख्स जो बाहर बड़ा बहादुर बनता फिर रहा हो और अंदर आपने उसको दीवारों के साथ टक्करें मारते हुए देखा हो? देखो बहुत लोग मैं ना नहीं लेना चाहता ਇਹਨਾਂ ਅੱਖਾਂ ਨਾਲ ਦੇਖਿਆ ਟੱਕਰਾਂ ਮਾਰਦੇ ਦੇਖੇ ਨੇ ਪਾਗਲ ਹੁੰਦੇ ਬੰਦੇ ਮੈਂ ਵੇਖੇ ਆਪਣੀ ਜਾਇਦਾਦ ਜ਼ਮੀਨ ਹਰ ਚੀਜ਼ ਦਿੰਦੇ ਦੇਖੇ ਨੇ ਸਾਡੇ ਨਾਲ ਕਾਫੀ ਲੋਕਾਂ ਨੇ ਭਾਈ ਜੀ ਤੁਸੀਂ ਮਿਹਰਬਾਨੀ ਕਰੋ ਤੁਹਾਡਾ ਅਗਰ ਕੋਈ ਬਸ ਚੱਲਣਾ ਅਸੀਂ ਹਰ ਚੀਜ਼ ਛੱਡਣ ਦੀ ਤਿਆਰ ਹਾਂ ਆਪਣਾ ਪਿੰਡ ਛੱਡਣ ਦੀ ਤਿਆਰ ਹਾਂ ਤੇ ਬੜੇ ਬੜੇ ਭਲਵਾਨ ਮੈਂ ਤੁਹਾਨੂੰ ਦੱਸਿਆ ਫਿਰ ਦੇਖੋ ਜੀ ਜੇਲ੍ਹ 'ਚ ਆ ਗਏ ਕੋਈ ਬੰਦਾ ਕਹੇ ਨਾ ਮੇਰੀ ਇੱਜ਼ਤਾਂ ਪਮਾਲ ਹੋ ਜਾਂਦੀਆਂ ਜਿਤਨੇ ਵੀ ਲੋਕ ਕੈਦੀ ਨੂੰ ਉੱਤੇ ਉਹਨਾਂ ਦੇ ਘਰ ਦੇ ਉਹਦੀ ਮੁਲਾਕਾਤ ਵਾਸਤੇ ਤਰਸਦੇ ਨੇ ਬਾਹਰ 4-4 ਘੰਟੇ ਵੇਟ ਕਰਦੇ ਫਿਰ ਦੇਖ ਲਓ ਇੱਕ ਮੁਲਾਜ਼ਮ ਕੋਲ ਜਾ ਕੇ ਉਹਨਾਂ ਤਰਲਾ ਕਰਨਾ ਉਹਨਾਂ ਜੀ ਸਾਡੀ ਮੁਲਾਕਾਤ ਕਰਾਓ ਜੀ ਸਾਨੂੰ ਸ਼ਾਇਦ ਅੰਦਰ 15 ਮਿੰਟ ਟਾਈਮ ਹੈ ਜਾਂ 20 ਮਿੰਟ ਟਾਈਮ ਹੈ ਟਾਈਮ ਦੇ ਉੱਥੇ ਪਾਬੰਦੀ ਹੈ ਉੱਥੇ ਫਿਰ ਬੱਚੇ ਦੇਖਣ ਬੱਚੀਆਂ ਦੇਖਣ ਨੂੰ ਰੋਂਦੇ ਪਿੱਛਾ ਟੁਰ ਜਾਂਦੇ ਫਿਰ ਦੇਖੋ ਜਿਹੜਾ ਜੇਲ੍ਹ 'ਚ ਉਹਦੇ ਤੇ ਕੀ ਬੀਤ ਨਹੀਂ ਹੋਵੇਗੀ ਮੈਂ ਤਾਂ ਉਹਨਾਂ ਲੋਕਾਂ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਨ ਕੰਟਰੋਲ ਕਰਨ ਇਹ ਛੋਟੀਆਂ ਵਜ੍ਹਾ ਤੋਂ ਝਗੜਾ ਬਣਾ ਲੈਣਾ ਫਿਰ ਉੱਥੇ ਭਾਂਡੇ ਧੋਂਦੇ ਤਾਂ ਰੋਣੇ ਜੀ ਬਸ ਨਹੀਂ ਚੱਲਦਾ लेकिन पहले बंदे ने सोचना चाहिए वक्त तो पहले ये फ़ायदा नहीं 7 साल आपने जेल में गुजारी आप समझते हैं आपकी औलाद का भी कोई नुकसान हुआ है? बहुत ज़्यादा जी जिस वेले देखो वालदैन जेल चला जाता ਉਹਦੇ ਬੱਚਿਆਂ ਤੇ ਕਾਫੀ ਫਰਕ ਪੈਂਦਾ ਜੀ ਤਲੀਮ ਨਾਲ ਫਰਕ ਪੈਂਦਾ ਬਾਕੀ ਦੇਖੋ ਘਰ 'ਚ ਮਾਮਲਾਤ ਇੰਜ ਨਹੀਂ ਹੁੰਦੇ ਬੱਚੇ ਜਿਹੜੇ ਨੇ ਵਾਲदैन ਤੋਂ ਬਗੈਰ ਨਹੀਂ ਚੱਲ ਸਕਦੇ ਉਹਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਬੰਦਾ ਨਾ ਜ਼ਿੱਦ ਕਰਕੇ ਮੰਨਣਾ ही ना कहे जी मेरा तो पीछे चले जाएगा तो ਉਹਦਾ ਤਾਂ हाल ही कोई नहीं अक्सर औकात ये देखे गए है कि लोग आज बड़े शौक से गुस्से में आकर किसी को जी मुझे गुस्सा आ जाता है ज़्यादा कोई ये समझता है मेरे पास पैसे ज़्यादा हैं कोई ये समझता है कि मेरे पास सिफारिश ज़्यादा है कोई ये समझता है कि मेरे पास ताकत ज़्यादा है लेकिन आप ये बताइएगा कि ये ताकत सिफारिश पैसा ये सब कुछ जब इंसान जेल में जाता है वो काम आती है तो ਜਿਹੜਾ ਤੁਸੀਂ ਕਹਿੰਦੇ ਹੋ ਪੈਸਾ ਇੱਜ਼ਤ ਦੌਲਤ ਸ਼ੋਹਰਤ ਇਹ ਉੱਥੇ ਨਹੀਂ ਕੰਮ ਆਉਣ ਲੱਗੀ ਉੱਥੇ ਦੇਖੋ ਤੁਸੀਂ ਮਹੀਨਾ 2 ਮਹੀਨੇ 6 ਮਹੀਨੇ ਸਾਲ ਤੁਸੀਂ ਬਰਦਾਸ਼ਤ ਕਰ ਜਾਓਗੇ ਮੇਰੇ ਬੀਵੀ ਬੱਚੇ ਨਾ ਮਗਰਾਂ ਤੇ
ਜਿਸ ਵੇਲੇ ਸਜ਼ਾਵਾਂ ਹੋ ਜਾਂਦੀਆਂ ਨੇ ਤੁਹਾਡੀ ਮਜਬੂਰੀ ਹੈ ਫਿਰ ਬੁਲਾਉਣਾ ਉਹਨਾਂ ਨੂੰ। ਤੁਸੀਂ ਨਹੀਂ ਬੁਲਾਉਣ ਲੱਗੋ ਆਪ ਚਲੇ ਜਾਣਗੇ, ਉਹਨਾਂ ਨੂੰ ਤਕਲੀਫ ਹੋਵੇਗੀ। ਜ਼ਰਾ ਉਹਨਾਂ ਜ਼ਲੀਲ ਖੁਆਰ ਹੋਗਾ ਉੱਥੇ ਪਹੁੰਚਣਾ, ਉੱਥੇ ਫਿਰ ਤੁਹਾਨੂੰ ਦੱਸਿਆ ਗਵਰਨਮੈਂਟ ਮੁਲਾਜ਼ਮ ਹਨ, ਤੁਹਾਨੂੰ ਕੋਈ ਪਤਾ ਨਹੀਂ ਕੌਣ ਹੈ ਤੇ ਕੌਣ ਨਹੀਂ। ਇੱਥੇ ਤਾਂ ਅਸੀਂ ਬਰਦਾਸ਼ਤ ਨਹੀਂ ਨਾ ਕਰਦੇ, ਥੋੜੀ ਜਿਹੀ ਉਹ ਕਿਸੇ ਕਹੀ ਹੈ। ਉੱਥੇ ਤੁਹਾਨੂੰ ਦੱਸਿਆ ਮੈਂ ਬਈ ਉਹ ਲੋਕ ਦੇਖਣ ਇਤਨੇ ਇੱਜ਼ਤਦਾਰ, ਇੱਕ ਮੁਲਾਜ਼ਮ ਤੁਹਾਨੂੰ ਕੋਈ ਪਤਾ ਨਹੀਂ ਉਹਦੀ ਜ਼ਾਤ ਕੀ ਹੈ, ਉਹ ਹੈ ਕੌਣ ਹੈ। ਇੱਥੇ ਤੇ ਹਰ ਬੰਦਾ ਕਹਿੰਦਾ ਮੈਂ ਚੌਧਰੀ ਹਾਂ, ਉਹਦੇ ਇਸ਼ਾਰੇ ਤੇ ਚੱਲਣਾ ਜੀ। ਤੁਹਾਡੀਆਂ ਬੀਬੀਆਂ ਭੈਣਾਂ ਬਾਹਰ ਜਾਣਾ, ਉਹਨਾਂ ਵੀ ਉਹਦੇ ਇਸ਼ਾਰਿਆਂ ਤੇ ਅੰਦਰ ਜਾਣਾ, ਮੁਲਾਕਾਤ ਤੇ ਜਾਣਾ, ਤਾਂ ਉਹਨਾਂ ਕਹਿਣਾ ਟੁਰ ਜਾਓ, ਨਹੀਂ ਤਾਂ ਉਹਨਾਂ ਤੇ ਦਰਵਾਜ਼ੇ ਅੱਗੇ ਕਹਿਣਾ ਉਹ ਰੁਕ ਜਾਓਗੇ। ਤੇ ਅਸੀਂ ਤੇ ਇਹ ਪੈਗਾਮ ਦਿੰਦੇ ਹਾਂ ਆਵਾਮ ਨੂੰ, ਸਾਡੀ ਤਾਂ ਮਜਬੂਰੀ ਹੈ, ਅੱਲਾਹ ਪਾਕ ਸਾਨੂੰ ਮਾफ़ करे कि किन्ने देश फ़ायदा कोई। आप जब बंदूक पकड़ते हैं या बड़ी गाड़ियों में बड़े काफिलों के साथ निकलते हैं, तो ये आप समझते हैं कि ये इज़्ज़त का मुकाम है, ये इससे सुकून मिल सकता है, क्या है ये? देखो जी, ला इलाहा इल्लल्लाह मुहम्मद रसूलुल्लाह बिल्कुल इज़्ज़त ਦਾ ਮੁਕਾਮ ਨਹੀਂ, ਕਲਮੇ ਤੋਂ ਵੱਡੀ ਤਾਂ ਚੀਜ਼ ਨਹੀਂ। ਸਾਡੀ ਮਜਬੂਰੀ ਜੀ, ਸਾਡਾ ਸ਼ੌਕ ਹੈ ਕਿ ਇੱਕ ਆਮ ਸ਼ਹਿਰੀ ਅਸੀਂ ਹੁੰਦੇ, ਸਾਡਾ ਜਿੱਥੇ ਦਿਲ ਕਰਨਾ ਅਸੀਂ ਵੀ ਜਾ ਕੇ ਬੈਠ ਜਾਂਦੇ, ਅਸੀਂ ਕਿਸੇ ਨੂੰ ਮਿਲਣ ਟੁਰ ਜਾਂਦੇ। ਇਹ ਤਾਂ ਗੱਲ ਕੋਈ ਨਾ ਕਾਫਲੇ ਨਾਲ ਲਾਏ ਨੇ, ਆਪਣੀ ਮਜਬੂਰੀ ਵਾਸਤੇ, ਜਾਨ ਦੀ ਹਿਫਾਜ਼ਤ ਵਾਸਤੇ ਅਸੀਂ ਨਾਲ ਬੰਦੇ ਲਾਏ ਜੀ। ਮੈਂ ਕਲਮੇ ਤੋਂ ਵੱਡੀ ਨਹੀਂ, ਬੰਦੂਕ ਤਾਂ ਅੱਜ ਵੀ ਹੱਥ ਲਾਉਂਦੇ ਹਾਂ ਵੀ ਅਸੀਂ ਹਰ ਟਾਈਮ ਇਸਤਗਫਾਰ ਕਰਨੇ ਆ, ਯਾ ਅੱਲਾ ਇਹਦੇ ਤੋਂ ਮਾਫੀ ਦੇ, ਕਿਉਂ ਸਾਨੂੰ ਸਾਹਸ ਹੈ ਬੰਦੂਕ ਦਾ। ਸਾਡੇ 25 ਤਰੀਕ ਮੇਰੇ ਵਾਲਦ, ਮੇਰੇ ਚਾਚੇ, ਮੇਰੇ ਫੁੱਫੀਆਂ ਦੇ ਬੇਟੇ, ਮੇਰੇ ਕਜ਼ਨ ਜਿਹੜੇ ਕਤਲ ਹੋ ਗਏ ਨਾ, ਅਸੀਂ ਆਪਣੇ ਹੱਥੀਂ ਉਹਨਾਂ ਨੂੰ ਦਫਨਾਇਆ। ਕੋਈ ਸਾਡੀਆਂ ਉਮਰਾਂ ਦੇ ਸੀ, ਕੋਈ ਥੋੜੇ ਸਾਡੇ ਛੋਟੇ ਹੈ, ਕੋਈ ਸਾਡੇ ਤੋਂ ਵੱਡੇ ਹੈ। ਫਿਰ ਸਾਡਾ ਬੰਦੂਕ ਸ਼ੌਕ ਹੈ। ਮੈਂ ਤਰੀਕੇ ਨਾਲ ਜਿਹੜੇ ਲੋਕਾਂ ਨੇ ਸ਼ੌਕ ਹੈ ਉਹ ਪਾਗਲ ਨੇ, ਉਹਨਾਂ ਨੂੰ ਪਤਾ ਨਹੀਂ ਕਿ ਭੂਤ ਸਵਾਰ ਹੈ ਉਹਨਾਂ ਦੇ ਜ਼ਹਿਨ 'ਤੇ। ਬੰਦੂਕ ਨਾਲ ਇੱਜ਼ਤ ਨਹੀਂ ਬਣਦੀ, ਇੱਜ਼ਤ ਮੇਰਾ ਅੱਲਾਹ ਪਾਕ ਦੇ ਹੈ, ਉਹਦੀ ਇੱਜ਼ਤ ਬਣੇਗੀ। ਇੱਜ਼ਤ ਤੁਸੀਂ ਅੱਛੇ ਕਿਸੇ ਕੰਮ ਤੇ ਉਹ ਟਾਈਮ ਦੇ ਲਵੋ, ਇਹ ਤਾਂ ਨਾ ਬੰਦੂਕ। आपने तालीम भी को हासिल की हुई है? ਦੇਖੋ ਤਾਲੀਮ ਅੰਡਰ ਮੈਟ੍ਰਿਕ ਹੈ, ਅਸੀਂ 1992 'ਚ ਬਲਕਿ 97 'ਚ ਸਕੂਲ ਛੱਡ ਦਿੱਤਾ ਹੈ। ਉਹ ਵੀ ਸਾਡੀ ਮਜਬੂਰੀ ਬਣ ਗਈ, ਚੋਂ ਯੂਨਸ ਪਾਨਾ ਕਤਲ ਹੋ ਗਿਆ, ਸਾਡੀ ਉਮਰ ਇੰਜ ਨਹੀਂ, ਅਸੀਂ ਕਿਹਾ ਵੀ ਹੁਣ ਸਕੂਲ ਨਹੀਂ ਪੜ੍ਹਨਾ, ਸਮਝੋ ਅਸੀਂ ਜੰਗ ਲੜਨੀ ਹੈ। ਉਹ ਸਾਡੇ ਖਾਨਦਾਨ 'ਚ ਆ ਰਿਹਾ, ਖਾਨਦਾਨੀ ਸਿਸਟਮ ਦੇਖੋ ਨਾ, ਨਸਲ ਦਰ ਨਸਲ 'ਚ ਚੱਲਣਾ ਪਿਆ। ਅਸੀਂ ਸਾਰੇ ਕਜ਼ਨ ਜਿੰਨੇ ਵੀ ਆਏ ਨੇ, ਅਸੀਂ ਸਾਰਿਆਂ ਸਕੂਲ ਛੱਡ ਦਿੱਤਾ। ਲੇਕਿਨ ਅੱਲਾ ਨੇ ਫਿਰ ਸਾਨੂੰ ਮੌਕਾ ਦਿੱਤਾ, ਅਸੀਂ ਜੇਲ੍ਹ ਚਲੇ ਗਏ ਹਾਂ। ਉੱਥੇ ਜਾ ਕੇ ਜਨਾਬ ਅਸੀਂ ਮੈਟ੍ਰਿਕ ਕੀਤੀ ਹੈ, ਦੋਵਾਂ ਪਾਈਆਂ, ਤੇ ਉਹਦੇ ਤੋਂ ਬਾਅਦ ਕੁਰਾਨ ਪਾਕ ਅਸੀਂ ਉੱਥੇ ਜਾ ਕੇ ਬਮਾਏ ਤਰਜਮੇ ਪੜ੍ਹਿਆ ਜੀ। ਇਹਦੇ 'ਚ ਅਸੀਂ ਕਹਿੰਦੇ ਹਾਂ ਸਾਡੇ ਜਿਹੜੇ 7 ਸਾਲ ਉਜ਼ਾਇਆ ਨਹੀਂ ਹੋਏ, ਅੱਲਾਹ ਪਾਕ ਨੇ ਸਾਨੂੰ ਦੇਖੋ ਸਾਡੇ ਤੇ ਬੇਹਤਰੀ ਕੇਸ ਸਾਡੇ ਬਰੀ ਹੋ ਗਏ, ਸਾਨੂੰ ਕੋਈ ਦੀਨ ਨਹੀਂ ਸਮਝ ਆ ਗਈ। ਉਹਦੇ ਤੋਂ ਬਾਅਦ ਮੈਟ੍ਰਿਕ ਅਸੀਂ ਜਾ ਕੇ ਕਲੀਅਰ ਕਰ ਲਿਆ। ਅਸੀਂ ਫਜ਼ੂਲ ਟਾਈਮ ਜ਼ਾਇਆ ਨਹੀਂ ਕੀਤਾ। ਕੁਝ ਲੋਕ ਉੱਥੇ ਜਾ ਕੇ ਨਸ਼ੇ ਤੇ ਲੱਗ ਜਾਂਦੇ ਨੇ, ਕੁਝ ਜਾ ਕੇ ਗੋਲੀਆਂ ਖਾਣ ਲੱਗ ਪੈਣਗੇ, ਬਸ ਉਹ ਪਿਛਲਾ ਕੁਝ ਭੁੱਲ ਜਾਂਦੇ ਨੇ। ਲੇਕਿਨ ਅਸੀਂ ਕੋਸ਼ਿਸ਼ ਕੀਤੀ ਹੈ ਚਲੋ ਕੁਝ ਇੱਥੋਂ ਲੈ ਗਈ, ਵਾਪਸ ਜਾਈਏ। आपने या आपके ख़ानदान ने बतौर इश्तिहारी कितना वक्त गुजारा है? ਤਿਹਾਰੀ ਤੇ ਦੇਖੋ ਮੈਂ ਕਹਿੰਦਾ ਵੀ ਮੇਰਾ ਖਾਨਦਾਨ ਪਿੱਛੇ ਸਟੈਪ ਬਾਈ ਸਟੈਪ 1982 86 ਤੋਂ ਲੈ ਕੇ ਤੇ 92 90 ਤੱਕ ਜੋ ਯੂਨਸ ਪਾਨਾ ਉਹਨਾਂ ਇਸ਼ਤਿਹਾਰਪੁਣਾ ਦੇਖਿਆ ਜੀ। ਅਸੀਂ ਵੀ ਉਹਨਾਂ ਨਾਲ ਹੀ ਰਹੇ ਹਾਂ ਕਿ ਉਹ 2 ਇੰਜ ਨਾਲ ਸਾਡੇ ਮਕਾਨ ਸ਼ਕਾਨ ਜਲ ਗਏ। ਸਾਡੇ 22 ਖਾਨਦਾਨ ਹੈ, 22 ਖਾਨਦਾਨਾਂ ਸਾਡਾ ਪਰਚਾ ਹੋ ਗਿਆ ਹੈ। 22 ਘਰਾਂ ਦੇ ਫੁੱਫੀਆਂ ਚਾਚੇ ਮਾਮੇ ਜਿੱਥੇ ਵੀ ਕਜ਼ਨ ਆਏ ਨਾ। ਵਕੂਆ ਤੇ ਦੇਖੋ ਸਾਡੇ ਮੁਲਕ ਨਾਲ ਕਾਨੂੰਨ ਇੰਜ ਨਾ, ਇੱਕ ਬੰਦਾ ਵਕੂਆ ਕਰਨ ਵਾਲਾ ਜਾਂ 2 ਹੋਣਗੇ ਤਾਂ ਉਹ ਜਨਾ ਪੂਰਾ ਖਾਨਦਾਨ ਲਪੇਟ ਚ ਆ ਜਾਏ। ਫਿਰ ਉਹਨਾਂ ਜਿਹੜੇ ਸਫੈਦਪੋਸ਼ ਲੋਕ ਸਮਝ ਲਵੋ ਜਾਂ ਗਰੀਬ ਲੋਕ ਸਮਝ ਲਵੋ, ਉਹ ਫਿਰ ਕੋਸ਼ਿਸ਼ ਕਰਨੇ ਨੇ ਉਹ ਅਦਾਲਤਾਂ ਨਾਲ ਰੁਖ ਨਹੀਂ ਕਰਨੇ, ਉਹ ਜੰਗਲਾਂ 'ਚ ਵੜਨੇ ਨਾਲ ਰੁਖ ਕਰਨੇ, ਆਪਣੀਆਂ ਮਜਬੂਰੀਆਂ ਨਹੀਂ ਵਜ੍ਹਾ ਦੀ। ਉਹ ਫਿਰ ਜਨਾਬ ਅਸੀਂ ਉਹ ਲੰਮੇ ਵੀ ਦੇਖਣ ਤਕਰੀਬਨ 7-8 ਸਾਲ ਤੋਂ ਅਸੀਂ ਇਸ਼ਤਿਹਾਰਪੁਣੇ ਸਮਝ ਲਓ, ਅਸੀਂ ਬੱਚੇ ਵੀ ਨਾਲ ਹੀ ਜ਼ਲੀਲ ਹੋਣੇ ਰਹੇ ਹਾਂ। ਤਾਂ ਇਸ਼ਤਿਹਾਰਪੁਣੇ ਉਧਰ 90-92 'ਚ ਅਸੀਂ ਵਾਪਸ ਆਏ, ਆਪਣੇ ਆਪ ਮਕਾਨ ਡੇਰੇ ਬਣਾਏ। ਚੋ ਯੂਨਸ ਪਾਨਾ ਜਿਹੜਾ 2 ਦਫਾ ਚੇਅਰਮੈਨ ਬਣੇ, ਉਹ ਸਿਆਸੀ ਇਖਤਲਾਫ ਨਹੀਂ ਵਜ੍ਹਾ ਤੋਂ ਹੋ ਗਿਆ। 1999 2000 'ਚ ਉਹ ਕਤਲ ਹੋ ਗਏ। आपने कितना इश्तिहारपुना काटा है? 1998 ਤੋਂ ਲੈ ਗਏ ਤੇ 2015 'ਚ ਅਸੀਂ गिरफ्तार होए हैं। आप मुसलसल इतने साल इश्तिहारी रहे? इश्तिहारी रहे। ये इश्तिहारपुना पर्चे से अगला स्टेप है। जब आप कानून को फेस नहीं करते, भाग जाते हैं, आप इश्तिहारी हो जाते हैं, ठीक है। ये कौन सी बला है इश्तिहारपुना? ਦੇਖੋ ਇਸ਼ਤਿਹਾਰਪੁਣਾ ਬਹੁਤ ਮੁਸ਼ਕਲ ਲਮਾ, ਜਿਹੜਾ ਵਹਿਰ ਵਾਲਾ ਬੰਦਾ ਨਾ ਉਹਦੇ ਵਾਸਤੇ ਮੁਸ਼ਕਲ ਲਮਾ। ਜਿਹੜੇ ਲੋਕ ਸ਼ੌਕੀਆ ਨੇ ਜਾਂ ਜਿਨ੍ਹਾਂ ਇੱਕ ਆਪਣਾ ਨਾਮ ਬਣਾ ਕੇ ਤਵਾਨ ਲੈਣਾ, ਡਕੈਤੀਆਂ ਕਰੀਆਂ, ਜੱਗਾ ਲੈਣਾ, ਲੇਕਿਨ ਉਹ ਥੋੜਾ ਚਿਰ 5 ਸਾਲ 4 ਸਾਲ 2 ਸਾਲ ਕੱਢਦੇ ਨੇ, ਉਹ ਕਤਲ ਹੋ ਜਾਂਦੇ ਨੇ, ਮਾਰੇ ਜਾਂਦੇ। ਜਿਹੜਾ ਬੰਦਾ ਮੁਸੀਬਤ ਵਾਲਾ, ਅਸੀਂ ਦੇਖੋ ਇਸ਼ਤਿਹਾਰਪੁਣਾ ਕੱਢਿਆ ਭਾਈ ਜੀ, ਅਸੀਂ ਜੰਗਲਾਂ ਇਸ਼ਤਿਹਾਰਪੁਣਾ ਕੱਟਿਆ ਜੀ। ਉਹਦੇ 2-2 ਦਿਨ ਅਸੀਂ ਖਾਣਾ ਨਹੀਂ ਖਾਧਾ, ਪਾਣੀ ਸਾਨੂੰ ਨਹੀਂ ਮਿਲਿਆ। ਇਸ ਵੇਲੇ ਤਾਂ ਕਹਿੰਦੇ ਨੈਸਲੇ ਨੂੰ ਪਾਣੀ ਗੱਡੀ 'ਚ ਹੋਣਾ ਚਾਹੀਦਾ, ਸਾਫ਼ ਪਾਣੀ ਹੋਣਾ ਚਾਹੀਦਾ। ਅਸੀਂ ਛੱਪੜੀਆਂ ਤੋਂ ਬਾਰਿਸ਼ੀ ਪਾਣੀ ਪੀ ਕੇ ਆਪਣਾ ਟਾਈਮ ਗੁਜ਼ਾਰਿਆ। ਤਾਂ ਅੱਲਾ ਦੇ ਫਜ਼ਲ ਨਾਲ ਤਹਿਸੀਲ ਸਰਾਇਲਮਗੀਰ, ਤਹਿਸੀਲ ਖਾਰੀਆਂ, ਜ਼ਿਲ੍ਹਾ ਭਿੰਬਰ ਹੈ, ਸਾਡੇ ਨਾਲ ਲੱਗਣੇ ਨੇ ਬਾਉਂਡਰੀ ਲੈਂਡ ਤੇ। ਕੋਈ ਬੰਦਾ ਉਂਗਲੀ ਨਹੀਂ ਖੜੀ ਕਰਨ ਲੱਗਾ ਸਾਡੇ ਨਾਲ, ਨਾ ਕੋਈ ਚੋਰੀ ਕਰਕੇ, ਕੋਈ ਬੱਕਰਾ ਲੀਲਾ ਜ਼ਬਾ ਕਰਕੇ ਖਾ ਛੜਿਆ, ਕਿਸੇ ਨਾਲ ਜ਼ਿਆਦਤੀ ਕਰਕੇ ਨਾ ਆਪਣੀ ਮੁਸੀਬਤ ਕੱਟੀ ਹੈ। ਅਸੀਂ ਮੁਸੀਬਤ ਵੀ ਆਪਣੀ ਇਬਾਦਤ ਸਮਝ ਕੇ ਕੱਟੀ। ਅੱਲਾਹ ਪਾਕ ਨੂੰ ਮੁਸੀਬਤ ਆਈ, ਅੱਲਾਹ ਪਾਕ ਨਹੀਂ ਕੱਟਣੀ। ਮੈਂ ਉਹ ਗੱਲ ਤੁਹਾਨੂੰ ਸੁਣਾ ਰਿਹਾ, ਦੇਖੋ ਇਹ ਪੂਰੀ ਦੁਨੀਆ ਤੇ ਜਾਏਗੀ, ਪੂਰੀ ਦੁਨੀਆ ਦੇਖੇਗੀ ਇਸ ਚੀਜ਼। मैं अल्फा ने गल करना। इश्तिहारपुने का एक रुख होता है जो बंदा इश्तिहारी होता है, और इसका दूसरा रुख है जो आपका अहलो एयाल है, जो आपका ख़ानदान है, वो भी तो एक किस्म की कैद में ही होता है। ख़ानदान वालों की आप जब आए तो आपने क्या सुना उनसे, वो किस तरह वक्त गुजार रहे थे? देखो इश्तिहारपुने च साडा ख़ानदान जिहड़ा खास करके साडी वालदा हो गई, ਸਾਡੀ ਘਰ ਦੀ ਫੈਮਿਲੀ ਦੇਖ ਲਵੋ, ਕਿਸੇ ਦਾ ਬੇਟਾ ਇੱਥੋਂ ਵੈਸੇ ਕਿਤੇ ਫਿਰਨ ਗਿਆ ਤਾਂ ਮਾਵਾਂ ਰਾਤ ਨੂੰ ਸੌਂਦੀਆਂ ਨਹੀਂ। ਤੇ ਸਾਡੇ ਵਾਲਦੈਨ ਵਾਲਦਾ ਜਿਹੜੇ ਨੇ ਉਹ ਤਾਂ ਫਿਰ ਸਾਰੀ ਰਾਤ ਉਹਨਾਂ ਬਹਿ ਕੇ ਗੁਜ਼ਾਰੀਆਂ। ਕਿਤੇ ਕੋਈ ਫੈਰ ਹੋਣਾ ਤਾਂ ਉਹਨਾਂ ਜਨਾਬ ਰਾਤੀ ਅਗਰ ਹੁਣ ਤਾਂ ਮੋਬਾਈਲ ਦੌਰ ਆ ਗਏ ਨੇ, ਸਹੂਲਤਾਂ ਆ ਗਈਆਂ ਨੇ, ਇਸ ਤੋਂ ਪਹਿਲੇ ਕੋਈ ਨਹੀਂ ਆਈਆਂ। ਠੀਕ ਹੈ, ਜੰਗਲਾਂ 'ਚ ਪਤਾ ਹੀ ਨਹੀਂ, ਉਹ ਸਾਰੀ ਰਾਤ ਜਨਾਬ ਉਹ ਕਿਤੇ ਬਹਿ ਕੇ ਡੀਕਨੇ ਨੂੰ ਫੈਰਿੰਗ ਹੋਈ ਹੈ, ਕਿਉਂ ਹੋਈ ਹੈ, ਕਿਧਰੋਂ ਹੋਈ, ਬੇਸ਼ੱਕ ਕਿਤੇ ਉੱਧਰ ਆਵੇ। ਉਹਨਾਂ ਵਾਸਤੇ ਬਹੁਤ ਮੁਸ਼ਕਲ ਲੰਮੇ ਹੁੰਦੇ ਨੇ ਇਸ਼ਤਿਹਾਰਪੁਣਾ। ਅਸੀਂ ਇਸ਼ਤਿਹਾਰਪੁਣਾ ਨਹੀਂ ਕੱਟ ਰਹੇ, ਸਾਡੇ ਘਰ ਨਹੀਂ ਕੱਟ ਰਹੇ, ਸਾਡੇ ਖਾਨਦਾਨ ਪਿੱਛੋਂ ਬਹਿ ਕੇ ਕੱਟ ਰਹੇ, ਉਹਨਾਂ ਵਾਸਤੇ ਮੁਸ਼ਕਲ ਹੈ। ਇਹ ਦੇਖੋ ਆਪਣੇ ਸਿਸਟਮ ਨਾਲ
ਜਿਸ ਵੇਲੇ ਜ਼ਿੱਦ ਕਰਨੇ ਨੇ ਫਿਰ ਸਾਨੂੰ ਵੀ ਕੋਈ ਨਾ ਕੋਈ ਉਹਨਾਂ ਨਾਲ ਬੰਦੋਬਸਤ ਕਰਨਾ। ਲੇਕਿਨ ਅੱਲਾ ਦਾ ਕਰਮ ਹੈ, ਸਾਡੀ ਅੱਜ ਤੱਕ ਮਹਾਲਫੀਨ ਵਾਲੇ ਭਾਜੀ ਨਹੀਂ, ਨਾ ਸਾਡੇ ਬੱਚਿਆਂ ਨੂੰ ਉਹ ਛੇੜ ਤੰਗ ਕਰਨੇ ਨੇ, ਮਾਰਦੇ ਨੇ, ਨਾ ਹੀ ਸਾਡੇ ਵੱਲੋਂ ਕੋਈ ਉਹਨਾਂ ਨੇ ਬੱਚਿਆਂ ਨਾਲ ਅੱਜ ਤੱਕ ਹੋਈ ਹੈ ਮਾੜੀ। ਔਰਤਾਂ ਨਾਲ ਸਾਡੀ ਤਰਫੋਂ ਕੋਈ ਨਹੀਂ ਅੱਜ ਤੱਕ ਵੀ ਕਿਸੇ ਕਿਸਮ ਨਾਲ ਨਾ ਉਹ ਕਰਦੇ ਨਾ ਅਸੀਂ ਕਰਨੇ। ਬੰਦਾ ਵੀ ਅਗਰ ਮਰਡਰ ਹੋ ਗਿਆ ਨਾ ਤੇ FIR ਔਰਤ ਤੇ ਨਹੀਂ ਹੋਣੀ। ਕੁਝ ਲੋਕ ਦੇਖਣ ਅਸੀਂ ਜੇਲ੍ਹ 'ਚ ਰਹੇ ਹਾਂ, ਕਾਫੀ ਲੋਕਾਂ ਦੇ ਹਾਦਸੇ ਦੇਖਣ, ਛੋਟੇ ਛੋਟੇ ਬੱਚੇ ਮਾਰ ਛੱਡਣੇ ਨੇ, ਜ਼ਿਆਦਤੀ ਨਹੀਂ ਇੰਤਹਾ ਕਰਨੇ ਨੇ। ਇਹੋ ਜਿਹੇ ਜਿਹੜੇ ਬਗੈਰਤ ਲੋਕ ਨੂੰ ਥੋੜਾ ਅਰਸਾ ਹੀ ਕੱਢਣੇ ਨੇ, ਲੇਕਿਨ ਇਹ ਜ਼ਿਆਦਤੀ ਹੈ। ਅਗਰ ਤੁਹਾਡੀ ਦੁਸ਼ਮਣੀ ਹੈ, ਜਿਹਨੇ ਤੁਹਾਡਾ ਕਤਲ ਕੀਤਾ ਤੇ ਕੁਰਾਨ ਪਾਕ 'ਚ ਵੀ ਹੈ ਨਾ, ਕਤਲ ਦਾ ਬਦਲਾ ਕਤਲ ਹੈ। ਅਗਰ ਤੁਸੀਂ ਮਾਫ ਕਰ ਦਿਓ ਇਸ ਤੋਂ ਵੱਡਾ ਤਾਂ ਅਜਰ ਹੈ ਹੀ ਨਹੀਂ। ਅਗਰ ਤੁਹਾਡਾ ਕੋਈ ਨੁਕਸਾਨ ਕਰਨਾ ਉਹਨੂੰ ਤੁਸੀਂ ਕਰਨੇ ਹੋ ਤੇ ਕੋਈ ਗੁਨਾਹ ਨਹੀਂ, ਲੇਕਿਨ ਜਿਹੜਾ ਬੱਚਿਆਂ ਨਾਲ ਬੀਬੀਆਂ ਨਾਲ ਜ਼ਿਆਦਤੀ ਕਰਨੀ ਹੈ ਇਸ ਤੋਂ ਵੱਡਾ ਤਾਂ ਮੈਂ ਕਹਿਣਾ ਜੁਰਮ ਨਹੀਂ। ਬੰਦੇ ਨੂੰ ਸੋਚ ਸਮਝ ਕੇ ਕਦਮ ਚੁੱਕਣਾ ਚਾਹੀਦਾ। ਚਲੋ ਜਜ਼ਬਾਤੀ ਹੋ ਗਿਆ ਤੂੰ, ਉਹ ਜਜ਼ਬਾਤੀ ਨਹੀਂ ਹੋਣੇ, ਲੇਕਿਨ ਮੈਂ ਕਹਿੰਦਾ ਉਹ ਨਫਸਿਆਤੀ ਹੋਣੇ। ਜਿਹੜਾ ਬੰਦਾ ਜੁਰਤਮੰਦ ਹੋਵੇਗਾ, ਦਲੇਰ ਹੋਵੇਗਾ, ਕਦੇ ਵੀ ਉਹ ਔਰਤ ਨਾਲ, ਬੱਚਿਆਂ ਨਾਲ, ਜਾਂ ਜਿਹੜਾ ਬੰਦਾ ਕਸੂਰਵਾਰ ਨਹੀਂ ਉਹਦੇ ਨਾਲ ਜ਼ਿਆਦਤੀ ਨਹੀਂ ਕਰਨਾ, ਉਹ ਜੁਰਤਮੰਦ ਹੋਵੇਗਾ। ਤੇ ਜਿਹੜਾ ਨਫਸਿਆਤੀ ਹੋਵੇਗਾ ਉਹਨੂੰ ਬਸ ਉਹ ਸੁਣੀ ਸੁਣਾਈ ਤਾਂ ਇੰਝ ਹੀ ਜਾ ਕੇ ਜਨਾਬ ਹੁਕੂਗਾ ਕਰ ਛੜਾਗਾ, ਬੰਦੇ ਮਾਰੇ, ਉਹਨੂੰ ਯਾਦ ਤਾਂ ਆਉਂਦੀ ਹੈ ਉਸ ਤੋਂ ਬਾਅਦ, ਲੇਕਿन वक्त गुजर गया उन्हें। कुछ लोग होते हैं जो अपनी इज्जत अना अपनी पागे की खातर पहले लड़ लेते हैं, कत्ल कर देते हैं। आपने ऐसे भी लोग देखे होंगे जेल में, फिर उनका अंदर क्या होता है सिस्टम, या अगर वो इश्तिहारी हो जाए तो फिर उनका साथ क्या होता है कहानी? देखो जी, असी तो अंदर देखे काफ़ी लोग मिले सानू इज्जत पग वास्ते जिन्ना किया ना। कुछ लोग देखे जे वो कहने जी असी गैरत ने तनाजे तो बंदा मार छड़िया, इन्नी गल होनी नहीं जो कहने, लेकिन उहदे तो बाद जिस वे जेल चले जाने उस तो पिछे कहते चोखी इज्जत बमाल होनी है, ਜਾਂ ਆਪਣੀ ਮਰਜ਼ੀ ਨਾਲ ਉਹ ਉਸੇ ਘਰ ਆਪਣੇ ਰਿਸ਼ਤੇ ਦਿੰਦੇ ਇਹਨਾਂ ਨੇ, ਜਿਨੀ ਜੀ ਸਾਨੂੰ ਮਾਫ ਕਰ ਦਿਓ ਅਸੀਂ ਤੁਹਾਨੂੰ ਰਿਸ਼ਤਾ ਦੇ ਦੇਣੇ। ਅਸੀਂ ਕਹਿੰਦੇ ਉਹ ਬਿਹਤਰ ਹੈ ਜਾਂ ਪਹਿਲੇ ਸੋਚ ਸਮਝ ਕੇ ਕਦਮ ਚੁੱਕਣਾ ਚਾਹੀਦਾ। ਦੇਖੋ ਉਸ ਚੀਜ਼ ਨੂੰ ਰਿਸਰਚ ਕਰਨਾ ਚਾਹੀਦਾ ਹੈ ਵੀ ਜਾਂ ਨਹੀਂ। ਕੁਝ ਲੋਕ ਨੇ ਰਿਸਰਚ ਨਹੀਂ ਕਰਨੇ। ਮੈਂ ਤੁਹਾਨੂੰ ਕਹਿੰਦਾ ਉਹ ਨਫਸਿਆਤੀ ਹੋਣੇ। ਤੁਹਾਡੀ ਸੁਣੀ ਮੇਰੀ ਸੁਣੀ ਨਾ, ਬੰਦਾ ਮਾਰ ਛੜਿਆ, ਬਾਅਦ ਚ ਉੱਥੇ ਰੋਣਾ ਸ਼ੁਰੂ ਕਰ ਦਿੱਤਾ, ਫਿਰ ਕਿਹਾ ਪਤਾ ਉੱਥੇ ਕਹਿਣਾ ਸ਼ੁਰੂ ਕਰ ਦੇਣਾ ਸਾਡੀ ਭੈਣ ਨਾ ਰਿਸ਼ਤਾ ਦੇ ਦਿਓ ਨਾ, ਉਹ ਜ਼ਮੀਨ ਵੀ ਉਹਨਾਂ ਨੂੰ ਦੇ ਦਿਓ ਤੇ ਮੈਨੂੰ ਤੇ ਥੋਂ ਅੰਦਰੋਂ ਕਢਾ ਲਓ। ਰਿਸ਼ਤੇ ਹੁੰਦੇ ਵੀ ਅਸੀਂ ਦੇਖੇ, ਲੋਕਾਂ ਦਿੱਤੇ ਨੇ ਰਿਸ਼ਤੇ, ਮਜਬੂਰੀਆਂ ਵੀ, ਲੇਕਿਨ ਅਸੀਂ ਕਹਿੰਦੇ ਕਦਮ ਸੋਚ ਕੇ ਬੰਦੇ ਨੂੰ ਚੁੱਕਣਾ ਚਾਹੀਦਾ। ਮੈਂ ਐਡਾ ਵੱਡਾ ਕਦਮ ਚੁੱਕਣ ਲਵਾਂ ਜਾਂ ਜਿਹੜੇ ਵਾਲਿਦੈਨ ਆਪਣੇ ਬੱਚਿਆਂ ਨੂੰ ਪਿਸਟਲ ਇਸ ਵੇਲੇ ਡੱਬ ਨਾਲ ਲਾਏ ਨੇ, ਕਿਹੜਾ ਘਰ ਹੈ ਜਿਹਨੂੰ ਨਹੀਂ ਪਤਾ ਨਾ ਸ਼ਮੀ ਸਾਡਾ ਬੱਚਾ ਘਰ ਹੈ ਉਹਦੇ ਕੋਲ ਪਿਸਟਲ ਹੈ, ਕਿਉਂ ਰੱਖਿਆ? ਸਾਡੀ ਦੁਸ਼ਮਣੀ ਨਹੀਂ, ਉਹ ਪਿਸਟਲ ਸਿਰਫ 302 ਵਾਸਤੇ ਉਹਨੇ ਰੱਖਿਆ ਜਾਂ 24 ਦੀ। ਉਹ ਅੱਜ ਨਹੀਂ 2 ਮਹੀਨੇ 4 ਮਹੀਨੇ ਕਿਸੇ ਨੂੰ ਫੈਰ ਮਾਰ ਛੜੇਗਾ, ਇੱਕ ਤਾਂ ਜਾਨ ਗਈ ਤੇ ਦੂਜਾ ਜਨਾਬ ਉਹਦਾ ਨੁਕਸਾਨ ਹੋ ਗਿਆ, ਫਿਰ ਉਹਦੀਆਂ ਇੱਜ਼ਤਾਂ ਪਮਾਲ ਹੋਣੀਆਂ, ਫਿਰ ਉਹ ਅੰਦਰ ਬਹਿ ਕੇ ਰੋਣਾ ਸ਼ੁਰੂ ਕਰ ਦੇਗਾ। ਦੇਖੋ ਜੀ ਗਲਤ ਹੋ ਗਿਆ ਸੀ, लेकिन वक्त गुजर जाना, वक्त टाइम नहीं देना। आपका कोई शौक जो ज़िंदगी में या कोई ख्वाहिश जो ज़िंदगी में अधूरी रह गई हो, इस दुश्मनी की जद में आ गई हो? 101 ख्वाहिश, एक ख्वाहिश नहीं 101 ਜਿਹੜਾ ਦੁਸ਼ਮਣੀ ਵਜ੍ਹਾ ਤੋਂ ਬੰਦਾ ਬਿਲਕੁਲ ਜ਼ੀਰੋ ਤੇ ਚਲਾ ਜਾਂਦਾ। ਕੋਈ ਲੋਕ ਤੇ ਕਹਿੰਦੇ ਨਾ ਜੀ ਹੀਰੋ, ਮੈਂ ਤੁਹਾਨੂੰ ਪਹਿਲੇ ਕਹਿ ਚੁੱਕਾ ਹਾਂ, ਹੀਰੋ ਲੋਕ ਨੇ ਜਿੰਨਾ ਸਿਰਫ ਦਿਹਾੜੀ ਲਾਣੀ ਹੈ ਜਾਂ ਆਵਾਮ ਨੂੰ ਲੁੱਟਣਾ, ਆਪਣਾ ਕੈਸ਼ ਕਰਾਉਣਾ। ਜਿਹੜੇ ਇੱਜ਼ਤਦਾਰ ਲੋਕ ਨੇ ਅਸੀਂ ਤਾਂ ਆਪਣੀ ਮਿਸਾਲ ਦਿਆਂਗੇ। ਅੱਜ ਤੱਕ ਇਨਸ਼ਾਅੱਲਾ ਤੁਸੀਂ ਸੁਣਿਆ ਵੀ ਨਹੀਂ ਹੋਣਾ ਤੇ ਸੁਣਨ ਵੀ ਨਹੀਂ ਲੱਗੇ, ਸਾਡੇ ਤੇ ਨਾ ਕਬਜ਼ੇ ਨਹੀਂ FIR ਹੈ, ਪਹਿਲਾਂ ਵੀ ਦੱਸ ਚੁੱਕਾ, ਨਾ ਤਵਾਨ ਨਹੀਂ FIR ਹੈ, ਤੇ ਕੋਈ ਛੁਪੀ ਚੀਜ਼ ਨਹੀਂ रहनी। अगर बंदा ज्यादती करे तो सामने आ जानी। आज की नौजवान नस्ल को आप अपने तजुर्बे की बुनियाद बतौर एक वालिद क्या पैगाम? देखो मैं पैगाम देवांगा कि वालिदैन नूं अपने बच्चों नूं तलीम वाली तरफ कोशिश करन, बच्चे पढ़ लिख जान। इस काम 'ਚ कोई फायदा नहीं, असला कल्चर 'ਚ कोई फायदा नहीं। जिन्हों जरूरत नहीं हो अपने घर पिस्टल कलाशनकोफ किसी चीज़ की ना वड़न दे। जे किसी ने घर चला जाएगा तो समझो उसके घर नुकसान ਅੱਜ ਨਹੀਂ ਕੱਲ ਦੱਸਣ ਦੇ ਨੁਕਸਾਨ ਉਹਦਾ ਹੋ ਜਾਏਗਾ। ਮੈਂ ਤੇ ਇਹੀ ਪੈਗਾਮ ਦਿਆਂਗਾ, ਜ਼ਿੰਦਗੀ ਅਮਨ ਨਹੀਂ ਹੈ, ਜ਼ਿੰਦਗੀ ਸਕੂਨ ਨਹੀਂ ਹੈ, ਤੇ ਪੁਰ ਅਮਨ ਤਰੀਕੇ ਨਾਲ ਜ਼ਿੰਦਗੀ ਗੁਜ਼ਾਰੋ ਤੇ ਸਾਡੇ ਵਾਸਤੇ ਦੁਆ ਕਰੋ, ਅੱਲਾਹ ਪਾਕ ਸਾਡੇ ਵਾਸਤੇ ਵੀ ਆਸਾਨੀਆਂ पैदा कर। तो जी नादरीन, ये थे चौधरी सजाद इम्तियाज़ साहब, जो कि चश्मो चराग हैं ज़िला गुजरात के नवाही इलाका जाबा के एक बड़े ख़ानदान के, जिस इलाके को पूरा पंजाब जानता है, जिस ख़ानदान की पहचान पूरे पंजाब में है। दुश्मनी सबसे बड़ी, लेकिन आपने सुना उनकी ज़ुबानी, उनकी सोच किस तरह की हो गई है, किन हालातों से गुजरे वो, बंदूक का फितरती अंजाम क्या है, और नौजवान नस्ल को जो बेरार रवि का शिकार होकर बंदूक को अपना शौक समझती है, उसके लिए चौधरी सजाद ने क्या पैगाम दिए। उन्होंने यही कहा है कि ज़िंदगी सुकून की है, ज़िंदगी अमन की है, और हमारा पैगाम भी सुकून और अमन का है। न्यूज़ अलर्ट का ये प्रोग्राम करने का मकसद माशरे में आगाही पैदा करना है कि नौजवान नस्ल जो छोटी छोटी बातों से उठकर बड़े बड़े कामों में, गलत कामों में मुब्तला हो जाती हैं, वो ये सारी बातें सुनकर इनसे कुछ सबक सीखें कि जो अपनी अना की खातिर अपनी माँ को, अपनी बहन को मुश्किल में डालकर खुद जेल में चले जाएं या इश्तिहारी हो जाएं, तो वो ये बातें सुने कि ये होता क्या है असल में, इसका अंजाम क्या है। न्यूज़ अलर्ट के साथ कामरान भट्ट को दीजिए इजाज़त, अल्लाह ने के बाद।